ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਲੜੀ ਵਿਚਿੱਤਰ ਨਾਟਕ ਉੱਪਰ ਚੱਲ ਰਹੀ ਆ। ਅੱਜ ਇੱਕ ਅਹਿਮ ਨੁਕਤਾ ਅਸੀਂ ਵਿਚਾਰਨਾ। ਇਹ ਵਿਚਾਰ ਉਹਨਾਂ ਲੋਕਾਂ ਲਈ ਸੁਣਨੀ ਅਤੇ ਸਮਝਣੀ ਬਹੁਤ ਜ਼ਰੂਰੀ ਹੈ ਜਿਹੜੇ ਲੋਕ ਸਿੱਖ ਧਰਮ ਵਿੱਚ ਗੁਰਦੁਆਰੇ ਸਾਹਿਬਾਨ ਦਾ ਪ੍ਰਬੰਧ ਕਰਦੇ ਹਨ ਅਤੇ ਉਹ ਲੋਕ ਜਿਹੜੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਨਾਲ ਜੁੜੇ ਹੋਏ ਹਨ। ਉਹਨਾਂ ਲੋਕਾਂ ਲਈ ਵੀ ਬਹੁਤ ਜ਼ਰੂਰੀ ਹੈ ਜਿਹੜੇ ਗੁਰਦੁਆਰੇ ਜਾਣ ਦੇ ਨਿਤਨੇਮੀ ਹਨ, ਸੁਬਾਹ ਸ਼ਾਮ ਗੁਰਦੁਆਰਾ ਸਾਹਿਬ ਜਾਂਦੇ ਹਨ। ਕਿਉਂਕਿ ਬਾਕੀ ਜੋ ਸਿੱਖ ਮਹੀਨੇ 2 ਮਹੀਨੇ ਬਾਅਦ ਗੁਰਦੁਆਰਾ ਸਾਹਿਬ ਜਾਂਦੇ ਹਨ, ਇਹ ਜਿਹੜੀ ਵਿਚਾਰ ਸ਼ਾਇਦ ਉਹਨਾਂ ਲਈ ਜ਼ਿਆਦਾ ਲਾਹੇਵੰਦ ਨਾ ਹੋਵੇ, ਕਿਉਂਕਿ ਉਹ ਸ਼ਰਧਾਲੂ ਸਿੱਖ ਹਨ, ਕਿਰਤੀ ਸਿੱਖ ਹਨ ਅਤੇ ਜ਼ਿਆਦਾ ਇਹਨਾਂ ਡੂੰਘਾਈ ਵਾਲੀਆਂ ਗੱਲਾਂ ਵੱਲ ਉਹ ਧਿਆਨ ਨਹੀਂ ਦਿੰਦੇ। ਖੈਰ, ਸਾਰੇ ਸੁਣੋ, ਜੋ ਲਾਹਾ ਪ੍ਰਾਪਤ ਹੋਏਗਾ, ਪਤਾ ਲੱਗੇਗਾ ਕਿ ਅਸੀਂ ਆਪਣੀ ਜ਼ਿੰਦਗੀ ਦਾ ਕਿੰਨਾ ਸਮਾਂ ਅਜ਼ਾਈਂ ਗਵਾ ਦਿੱਤਾ ਆਪਣੀ ਅਗਿਆਨਤਾ ਕਾਰਨ, ਅਤੇ ਆਪਣੀ ਜੋ ਹੈ ਭੁੱਲਾਂ ਕਾਰਨ ਕਿੰਨਾ ਸਮਾਂ ਅਸੀਂ ਅਜ਼ਾਈਂ ਗਵਾ ਦਿੱਤਾ। ਸਾਡੀ ਵਿਚਾਰ ਚਰਚਾ ਦਾ ਜਿਹੜਾ ਵਿਸ਼ਾ ਹੈ ਉਹ ਹੈ ਚੰਡੀ ਚਰਿੱਤਰ ਉਕਤ ਬਿਲਾਸ। ਸਿੱਖ ਧਰਮ ਵਿੱਚ ਦੇਵੀ ਦੇਵਤਿਆਂ ਲਈ ਕੋਈ ਅਸਥਾਨ ਨਹੀਂ ਹੈ। ਸਿੱਖ ਧਰਮ 'ਚ ਵਿਸ਼ਵਾਸ ਰੱਖਣ ਵਾਲੇ ਸਾਰੇ ਵੀਰਾਂ ਭੈਣਾਂ ਲਈ ਇੱਕ ਓਂਕਾਰ ਦੇ ਪਸਾਰੇ ਦੀ ਗੱਲ ਹੈ, ਉਸ ਰੱਬੀ ਕਾਨੂੰਨ ਗੁਣਾਂ ਦੀ ਗੱਲ ਹੈ। ਬਾਕੀ ਸੰਸਾਰ 'ਤੇ ਜਿੰਨੀਆਂ ਘਾੜਤਾਂ ਘੜੀਆਂ ਗਈਆਂ, ਲੋਕਾਂ ਨੇ ਦੇਵੀ ਦੇਵਤੇ ਥਾਪੇ, ਸਿੱਖ ਧਰਮ ਉਹਨਾਂ 'ਤੇ ਜਰਾ ਜਿੰਨਾ ਵੀ ਵਿਸ਼ਵਾਸ ਨਹੀਂ ਕਰਦਾ, ਜਾਂ ਉਹਨਾਂ ਦੀ ਕੋਈ ਵਡਿਆਈ ਸਿੱਖ ਧਰਮ ਵਿੱਚ ਨਹੀਂ ਹੈ। ਪੂਰਾ ਗੁਰੂ ਗ੍ਰੰਥ ਸਾਹਿਬ ਜੀ ਦੇਖੋ, ਔਰ ਇਹਨਾਂ ਨੂੰ ਮਾਇਆ ਤੁਛ ਕਿਹਾ ਜਾਂਦਾ ਹੈ। ਪਰ ਇਹ ਜੋ ਵਿਚਿੱਤਰ ਨਾਟਕ ਗ੍ਰੰਥ ਹੈ, ਇਸ ਵਿੱਚ ਚੰਡੀ ਚਰਿੱਤਰਾਂ ਬਾਰੇ, ਚੰਡੀ ਦੀਆਂ ਲੜਾਈਆਂ ਬਾਰੇ ਬਹੁਤ ਕੁਝ ਲਿਖਿਆ ਗਿਆ, ਔਰ ਕਿਹਾ ਇਹ ਜਾਂਦਾ ਹੈ ਕਿ ਇਹ ਸਭ ਕੁਝ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ। ਆਓ ਅਸੀਂ ਇਸ ਨੂੰ ਮੁੜ ਤੋਂ ਪੜ੍ਹਦੇ ਹਾਂ। ਇਸ ਸਾਰੀ ਲਿਖਤ ਦਾ ਆਧਾਰ ਕੀ ਹੈ? ਕਹਾਣੀ ਕਿੱਥੋਂ ਸ਼ੁਰੂ ਕੀਤੀ ਗਈ ਹੈ? ਕਹਾਣੀ ਸ਼ੁਰੂ ਕੀਤੀ ਗਈ ਹੈ ਕਿ ਰਾਜਾ ਸੁਰਥ ਇੱਕ ਹੋਇਆ ਹੈ। ਉਹ ਘਰ ਦੇ ਕੰਮਾਂ ਕਾਰਾਂ ਤੋਂ ਉਦਾਸੀਨ ਹੋ ਗਿਆ ਅਤੇ ਉਹ ਘਰ-ਬਾਰ ਰਾਜ ਭਾਗ ਛੱਡ ਕੇ ਜੰਗਲ ਵੱਲ ਨੂੰ ਨਿਕਲਿਆ, ਅਤੇ ਇੱਕ ਵੈਸ਼, ਜਿੱਦਾਂ 4 ਵਰਨਾਂ ਵਿੱਚ ਵੰਡਿਆ ਹੋਇਆ ਸੀ ਹਿੰਦੂ ਸਮਾਜ ਨੂੰ, ਵੈਸ਼ ਇੱਕ ਉਸ ਨੂੰ ਮਿਲਿਆ, ਸਮਾਧ ਨਾਂ ਦਾ। ਉਸ ਨੂੰ ਨਾਲ ਲੈ ਕੇ ਉਹ ਇੱਕ ਰਿਸ਼ੀ ਦੇ ਕੋਲ ਚਲਾ ਗਿਆ, ਮੇਧਸ ਰਿਸ਼ੀ। ਉਸ ਨੂੰ ਜਾ ਕੇ ਪੁੱਛਣ ਲੱਗਾ ਕਿ ਸਾਨੂੰ ਚੰਡੀ ਬਾਰੇ ਦੱਸੋ, ਜੋ ਚੰਡੀ ਨੇ 12 ਲੜਾਈਆਂ ਲੜੀਆਂ, ਉਹਦੇ ਬਾਰੇ ਸਾਨੂੰ ਗਿਆਨ ਬਖਸ਼ਿਸ਼ ਕਰੋ। ਅਤੇ ਹੁਣ ਇਹ ਰਿਸ਼ੀ ਮੇਧਸ ਇਹ ਸਾਰੀ ਕਹਾਣੀ ਦੱਸ ਰਿਹਾ, ਉਸ ਦੀ ਆਪਾਂ ਵਿਚਾਰ ਕਰਦੇ ਹਾਂ। ਸਾਨੂੰ ਸਮਝ ਲੱਗੇਗਾ ਕਿ ਅਸੀਂ ਸਾਨੂੰ ਸਿੱਖਾਂ ਨੂੰ ਕਿਹੜੇ ਪਾਸੇ ਲਿਜਾਇਆ ਜਾ ਰਿਹਾ। ਇਹਦੇ ਵਿੱਚ 2 ਮੁੱਖ ਪਾਤਰ ਨੇ, ਇੱਕ ਨੇ ਦੇਵਤੇ, ਇੱਕ ਨੇ ਰਾਖਸ਼। ਅਤੇ ਮੈਂ ਕਹਾਣੀ ਸ਼ੁਰੂ ਕਰਦਾ। ਕਹਾਣੀ ਇੰਝ ਸ਼ੁਰੂ ਹੁੰਦੀ ਹੈ ਕਿ ਜੋ ਵਿਸ਼ਨੂੰ ਹੈ ਉਹ ਆਪਣੀ ਸੇਜ 'ਤੇ ਸੁੱਤਾ ਹੋਇਆ, ਉਸ ਦੀ ਧੁੰਨੀ ਵਿੱਚੋਂ ਕਮਲ ਫੁੱਲ ਪੈਦਾ ਹੁੰਦਾ, ਉਹ ਉਸ ਕਮਲ ਫੁੱਲ ਵਿੱਚੋਂ ਬ੍ਰਹਮਾ ਪੈਦਾ ਹੁੰਦਾ।
ब्रह्मा ने अपने कन्नां विचों मैल कड्ढी ते दो राक्षस पैदा हो गए, मद अते कैटब। वो देखदियां देखदियां बहुत ਵੱਡੇ हो गए, बलवान हो गए, तो ब्रह्मा नूं उन्हां तों डर भासण लगा कि किते ये तगड़े ने मेरा राज भाग ना साਂਭ लैण, मेरे ते ओवर पावर ना हो जाण। उसने कालका की आराधना की, तो फिर विष्णु जी नींद तो जागे। उन्होंने अस्त्र शस्त्र लैके मद अते कैटव के नाल लड़ाई शुरू कर दी। ये इतिहासक गाथा है, पर क्योंकि यह गुरु गोबिंद सिंह जी के नाम लैके साढ़े उत्ते मढ़ी गई है, इस करके इसकी विचार असी कर रहे हैं। नहीं तो इस विच कुछ भी लाहेबंद नहीं है, कुछ भी प्राप्त करन योग नहीं है। विचार इसलिए की जा रही है कि ये सारा कुछ साडे गल पाया जा रहा कि गुरु गोबिंद सिंह जी की रचना है। मद ते कैटव ते विष्णु का जो जंग है वो 5000 साल तक चलता रहा, कोई भी जित हार ना होई। आखिर मद ते कैटव विष्णु नूं कहण लगे, फिर बलिहार जाइए, करवान जाइए, तुहाडी बहादरी थे, तुसी बहुत बहादुर हो। हुण असी तुहानूं वर देना चाहुंदे हां, मंग लो जो मंगना। कहंदे विष्णु ने कहा भी जेकर तुसी वर दे ही रहे हो तो अपने सिर मैनू दे दिओ। ते उन्होंने कहा तथा अस्तु, ठीक है, साडे सिर लै लो। कहंदे विष्णु ने ब्रह्मा ने सॉरी विष्णु ने उन्हां दे सिर अपने पट उत्ते रख के सुदर्शन चक्कर दे नाल कट्टे, उन्हां नूं मार दिता, उन्हां दी आत्मा नूं अपने विच विलीन कर लिया। राज भाग जो है देवतियां नूं सौंप दिता। इंद्र ते उहदे नाल वाले साथी ये राज करन लगे। काफ़ी देर राज कीता। अचानक एक मैखासुर नां दा दैंत, बहुत बलवान दैंत पैदा हो गया। उस मैखासुर दैंत ने देवतियां नाल युद्ध किया। वो एडा महान, एडा बलवान सी, सूरवीर योधा। उसने देवतियां नूं मार दिता और बहुत सारे देवते उत्थों भज के अपनी राजधानी छड्ड के कैलाश पहुँच गए। जो है उत्थे जाके वो आराधना करन लगे, देवी दी, चंडी की आराधना करन लगे। कैलाश शिवपुरी पहुँच के जदों चंडी की आराधना की, चंडी नाल मिलाप किया, उस कोल अपना दुख रोया, कहा कि इस तरह करके मैखासुर ने साडा राज भाग खो लिया है, तुहाडी मदद चाहिदी है। असी सारा दुख तुहानूं दस दिता है, अगों तुहाडी मर्जी है, क्योंकि असी तां दस ही सकते हैं। बाकी गल रही ये भी जे किसी मालिक दे कुत्ते नूं कोई मारे तो कुत्ते दा कुछ नहीं जांदा, बदनामी मालिक दी हुंदी है कि फलाने मालिक दे कुत्ते नूं मारिया। भाव आप जिहड़े इंद्र ते उसकी पार्टी कुत्ता बन गए ते देवी नूं मालिक बना दिता। फिर देवी अस्त्र शस्त्र लैके मैदाने जंग विच आ गई। चंडी ते आके उसने मैखासुर नाल युद्ध किया। बहुत बहादुर सी, बहुत तकड़ा युद्ध होया। मैखासुर जो देवी नाल लड़न आया सी, उसकी सेना कितनी सी? 45 जो है पदम। मैखासुर की सेना जो सी 45 पदम सी। मतलब दुनिया दीयां गप्पां तुसीं सुनिया होणियां, पर शायद एडी वड्डी गप कदी ना सुनी होवे। एक पदम हुंदा है, एक दे नाल 15 सिफर। 45 पदम मतलब 45 दे नाल 15 सिफर। इस दी गिणती मिणती
ਤੁਸੀਂ ਆਪੇ ਕਰ ਲੈਣਾ। ਇਹ ਬਹੁਤ ਵੱਡੀ ਗਿਣਤੀ ਹੈ ਜਿਹੜੀ ਕਿ ਮੈਂ ਕਾਊਂਟ ਨਹੀਂ ਕਰ ਸਕਿਆ, ਪਰ ਇੰਨਾ ਦੱਸ ਦਿੰਦਾ 45 ਦੇ ਨਾਲ 15 ਸਿਫਰਾਂ ਲਾ ਕੇ ਫਿਰ ਜਿਹੜੇ ਮੈਥੇਮੈਟਿਕਸ ਜਾਣਦੇ ਨੇ ਉਹ ਕੈਲਕੂਲੇਟ ਕਰਕੇ ਦੇਖਣ ਕਿ ਇਸ ਧਰਤੀ ਉੱਤੇ ਇੰਨੇ ਬੰਦੇ ਖੜੇ ਹੋ ਸਕਦੇ ਨੇ। ਅੱਜ ਦੀ ਪਾਪੂਲੇਸ਼ਨ ਨਾਲੋਂ 700 ਕਰੋੜ ਪਾਪੂਲੇਸ਼ਨ ਪੂਰੇ ਸੰਸਾਰ ਦੀ ਹੈ। ਇਹਦੇ ਨਾਲੋਂ ਕੋਈ 62 ਲੱਖ ਗੁਣਾ ਜ਼ਿਆਦਾ ਬਣਦਾ ਹੈ। ਜਿੱਥੇ ਇੱਕ ਬੰਦਾ ਖੜਾ ਉੱਥੇ 62 ਲੱਖ ਬੰਦੇ ਖੜੇ ਕਰ ਦਿਓ, ਫਿਰ ਅਗਲੇ ਬੰਦੇ ਤੇ ਫਿਰ 62 ਲੱਖ ਕਰ ਦਿਓ, ਇਸ ਤੋਂ ਵੀ ਜ਼ਿਆਦਾ ਬਣਦੀ ਹੈ। ਔਰ ਉਹਨਾਂ ਕੋਲ ਘੋੜੇ ਵੀ ਚਤਰੰਗਣੀ ਸੈਨਾ ਸੀ, 4 ਅੰਗਾਂ ਵਾਲੀ, ਜਿਹਦੇ ਵਿੱਚ ਰੱਥ ਵੀ ਹੁੰਦੇ, ਹਾਥੀ ਵੀ ਹੁੰਦੇ, ਘੋੜੇ ਵੀ ਹੁੰਦੇ, ਹੋਰ ਸਾਜੋ ਸਮਾਨ ਹੁੰਦਾ। ਮਤਲਬ ਗੱਪ ਐਡੀ ਵੱਡੀ ਮਾਰ ਦਿੱਤੀ, ਔਰ ਸਾਰੀ ਗੱਪ ਸਾਡੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਨਾਂ 'ਤੇ ਮੜ੍ਹ ਦਿੱਤੀ ਕਿ ਉਹਨਾਂ ਨੇ ਲਿਖੀ ਹੈ। ਜਦੋਂ ਸਾਡੇ ਇਹ ਕਹੇ ਜਾਂਦੇ ਵਿਦਵਾਨ ਵੀ ਫਸ ਜਾਂਦੇ ਨੇ, ਉਹਨਾਂ ਨੂੰ ਕੋਈ ਉੱਤਰ ਨਹੀਂ ਆਉਂਦਾ, ਫਿਰ ਉਹ ਇਹ ਕਹਿ ਦਿੰਦੇ ਹੈ ਕਿ ਭਾਈ ਇਹ ਤਾਂ ਉਹਨਾਂ ਨੇ ਮਿਥਿਹਾਸਕ ਗ੍ਰੰਥਾਂ ਦਾ ਉਲਥਾ ਕੀਤਾ। ਫਿਰ ਮੇਰਾ ਅਗਲਾ ਸਵਾਲ ਉਹਨਾਂ ਸਾਰੇ ਵੀਰਾਂ ਨੂੰ ਹੁੰਦਾ ਹੈ ਕਿ ਭਈ ਜੇ ਇਹ ਮਿਥਿਹਾਸਕ ਗ੍ਰੰਥਾਂ ਦਾ ਉਲਥਾ ਕੀਤਾ ਹੋਇਆ ਹੈ, ਫਿਰ ਸਾਡੇ ਲਈ ਇਹ ਸਤਿਕਾਰਯੋਗ ਕਿਵੇਂ ਹੋਇਆ? ਜਿਸ ਨੇ ਆਪਣੇ ਗਿਆਨ ਵਾਸਤੇ ਪੜ੍ਹਨਾ ਹੈ ਉਹ ਪੜ੍ਹੇ, ਜਿਸ ਨੇ ਨਹੀਂ ਪੜ੍ਹਨਾ ਉਹ ਨਾ ਪੜ੍ਹੇ। ਇਹ ਗੁਰੂ ਕਿਰਪਾ ਨਾ ਹੋਈ, ਕਿਉਂਕਿ ਉਲਥਾ ਕਰਨ ਵਾਲਾ ਉਸ ਦਾ ਔਥਰ ਨਹੀਂ ਹੋਇਆ ਕਰਦਾ, ਉਹ ਉਲਥਾਕਾਰ ਹੋਇਆ ਕਰਦਾ। ਅਤੇ ਉਲਥਾਕਾਰ ਕਦੀ ਵੀ ਉਹਨਾਂ ਵਿਚਾਰਾਂ ਨਾਲ ਸਹਿਮਤ ਨਹੀਂ ਹੁੰਦਾ। ਜੇ ਉਲਥਾਕਾਰ ਉਹਨਾਂ ਵਿਚਾਰਾਂ ਨਾਲ ਸਹਿਮਤ ਨਹੀਂ ਹੈ ਅਤੇ ਉਹਦੇ ਸਿੱਖ ਸਹਿਮਤ ਕਿਉਂ ਹੋਣਗੇ? ਜੇ ਤਾਂ ਉਲਥਾ ਕੀਤਾ ਹੋਇਆ, ਇਹ ਮੁੱਖ ਬਖ ਬਾਣੀ ਨਹੀਂ, ਫਿਰ ਇਹ ਗੁਰਬਾਣੀ ਦਾ ਇਸ ਨੂੰ ਜੋ ਹੈ ਰੁਤਬਾ ਨਹੀਂ ਮਿਲ ਸਕਦਾ, ਫਿਰ ਸਾਡੇ ਲਈ ਕੋਈ ਸਤਿਕਾਰ ਦਾ ਪਾਤਰ ਨਹੀਂ ਹੈ। ਪਰ ਜੇ ਉਹਨਾਂ ਦੀ ਮੁੱਖ ਬਖ ਬਾਣੀ ਹੈ ਅਤੇ ਜਿੰਨੀਆਂ ਗੱਪਾਂ ਮਾਰੀਆਂ ਹੋਈਆਂ, ਜਿੰਨਾ ਕੂੜ ਕਸੁੱਤ ਬੋਲਿਆ ਹੋਇਆ, ਉਹ ਸਾਰਾ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿਰ ਪਾਉਂਦੇ ਹਾਂ। ਇਹ ਫੈਸਲਾ ਕਰ ਲੈਣਾ ਵੀ ਕੀ ਕਹਿਣਾ। ਮੈਨੂੰ ਤਾਂ ਸਿੱਧੀ ਪੱਧਰੀ ਸਮਝ ਆਉਂਦੀ ਹੈ ਕਿ ਭਈ ਇਹ ਸਾਡੇ ਸਤਿਗੁਰੂ ਦੀ ਬਾਣੀ ਨਹੀਂ ਹੈ। ਸਾਡੇ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਨਾਲ ਕੋਈ ਸੰਬੰਧ ਨਹੀਂ ਲੱਗਦਾ ਹੈ। ਹਾਂ, ਬਾਕੀ ਕਿਸੇ ਨੂੰ ਲੱਗਦਾ ਹੈ ਤਾਂ ਫਿਰ ਉਹ ਸਾਰੇ ਸਵਾਲਾਂ ਦਾ ਉੱਤਰ ਦੇਵੇ ਵੀ ਆਹ ਜਿਹੜੀ 45 ਪਦਮ ਸੈਨਾ ਦੀ ਗੱਲ ਕੀਤੀ ਹੈ, ਇਹ ਕਿਹੜੀ ਧਰਤੀ ਉੱਤੇ ਖੜੇ ਹੋਣਗੇ? ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਕੈਲਕੂਲੇਸ਼ਨ ਨਹੀਂ ਸੀ ਆਉਂਦੀ ਕਿ 45 ਪਦਮ ਕਿੰਨੇ ਹੁੰਦੇ ਆ, ਵੀ ਉਹ ਐਵੇਂ ਲਿਖ ਗਏ? ਜਾਂ ਗੁਰੂ ਸਾਹਿਬ ਨੂੰ ਵੀ ਝੂਠਾ ਕਰਨਾ? ਫਿਰ ਇਹ ਸਾਰੀ ਮਰਜ਼ੀ ਹੈ ਹਰ ਬੰਦੇ ਦੀ, ਉਹ ਕੀ ਕਰਨਾ ਚਾਹੁੰਦਾ। ਹੁਣ ਇਹਦੇ ਵਿੱਚ ਜਿਹੜਾ ਨੁਕਤਾ ਸਮਝਣਾ, ਹਾਂ 45 ਪਦਮ ਸੈਨਾ ਨੂੰ ਚੰਡੀ ਨੇ ਮਾਰ ਦਿੱਤਾ ਅਤੇ ਰਾਜ ਜਿਹੜਾ ਉਹ ਮਹਿਖਾਸੁਰ ਦੇ ਕੋਲ ਸੀ, ਉਹ ਖੋਹ ਕੇ ਤਾਂ ਦੇਵਤਿਆਂ ਨੂੰ ਦੇ ਦਿੱਤਾ। ਇੰਦਰ ਨੂੰ ਉਸ ਰਾਜ ਦਾ ਮੁਖੀ ਬਣਾਇਆ। ਇੰਦਰ ਜੋ ਹੈ ਉਸ ਨੂੰ ਰਾਜਾ ਬਣਾ ਦਿੱਤਾ। ਹੁਣ ਥੋੜ੍ਹੀ ਜਿਹੀ ਵਿਚਾਰ ਆਪਾਂ ਇੱਥੇ ਖੁੱਲ੍ਹ ਕੇ ਕਰ ਲਈਏ। ਪਹਿਲੀ ਗੱਲ ਦੇਖੋ, ਇਹਦੇ ਵਿੱਚ ਜਿਹੜੇ ਹੀਰੋ ਆ ਉਹ ਦੇਵਤਿਆਂ ਨੂੰ ਮੰਨਿਆ ਗਿਆ ਅਤੇ ਵਿਲਨ ਜਿਹੜੇ ਨੇ ਉਹ ਰਾਖਸ਼ਾਂ ਨੂੰ ਕਿਹਾ ਗਿਆ। ਪਰ ਹੁਣ ਤੁਸੀਂ ਥੋੜ੍ਹਾ ਜਿਹਾ ਬਰੀਕੀ ਨਾਲ ਸੋਚਣਾ ਹੈ ਕਿ ਵਿਸ਼ਨੂੰ ਦੀ ਲੜਾਈ ਹੋਈ ਕਿਹਦੇ ਨਾਲ? ਉਹਦੇ ਬ੍ਰਹਮਾ ਦੇ ਪੈਦਾ ਕੀਤੇ ਹੋਏ ਮੱਧ ਅਤੇ ਕੈਟਵ 2 ਰਾਖਸ਼ਾਂ ਨਾਲ 5000 ਸਾਲ ਲੜਾਈ ਹੁੰਦੀ ਰਹੀ ਅਤੇ ਜਦੋਂ ਕੋਈ ਜਿੱਤ ਹਾਰ ਨਾ ਹੋਈ ਤਾਂ ਜਿਹੜੇ ਰਾਖਸ਼ ਸੀ ਉਹਨਾਂ ਨੇ ਸਤਿਕਾਰ ਕੀਤਾ ਵਿਸ਼ਨੂੰ ਦਾ, ਉਸ ਦੀ ਬਹਾਦਰੀ ਦਾ। ਕਿਉਂਕਿ ਜਿਹੜੇ ਕਹਿੰਦੇ ਸਿਆਣੇ ਬੰਦੇ ਹੁੰਦੇ ਆ, ਸਮਝਦਾਰ ਬੰਦੇ ਹੁੰਦੇ ਆ, ਉਹ ਦੁਸ਼ਮਣ ਦੇ ਗੁਣਾਂ ਦੀ ਵੀ ਗੱਲ ਕਰਦੇ ਆ। ਜੇ ਉਹ ਬਹਾਦਰ ਹੈ, 2 ਬੰਦੇ ਘੁਲਦੇ ਹੀ ਹੈ, ਭਾਵੇਂ ਇੱਕ ਦੂਜੇ ਨੂੰ ਢਾਹ ਲੈਂਦਾ, ਫਿਰ ਵੀ ਉਹਨੂੰ ਥਾਪੀ ਦੇ ਕੇ ਆਉਂਦਾ ਵੀ ਵਾਹ ਕਮਾਲ ਕਰਤੀ, ਤੈਂ ਮੈਨੂੰ ਟੱਕਰ ਦਿੱਤੀ ਹੈ, ਪਹਿਲਾ ਬੰਦਾ ਮਿਲਿਆ ਜਿਹਨੇ ਟੱਕਰ ਦਿੱਤੀ ਹੈ, ਮਹਾਨ ਹੈ ਤੂੰ,
महान है, हाले कि वो हारिया हुंदा। इत्थे दोनों बराबर होए, मधुकैटभ ते विष्णु दोनों बराबर ने, पर इन्हां ने अपनी समझदारी दिखाउंदे होए विष्णु नूं महान किया, उहदा सत्कार कीता, उहदी इज्जत कीती ते ये किया मंग लो जो मंगना, वर मंग लो। हुण दूसरे पासे विष्णु जिसनूं असीं महान कहने हाँ, पहली गल तां वो मधुकैटभ नूं हरा नहीं सकिया। दूजी गल, मधुकैटभ ने अपनी वड्डप्पन दिखाया, वड्डापन दिखाया, उहदा सत्कार कीता, ते विष्णु ने अपनी घटिया सोच दिखाई जदों उसने कहा, मधुकैटभ ने, कि मंग लो जो मंगना। इसने अपनी घटिया सोच दिखाउंदे होए उन्हां दे सिर मंग लिया। ऐदों घटिया की हो सकदा भी तुहाडा कोई करे सत्कार, तुसीं उहनूं जानों मारना चाहुंदे हो। सत्कार करन वाले नूं जानों मारना चाहुंदे हो, तुहाडे मन विच इह कालक है। वो अंदरों इन्ने साफ सुथरे ने, इन्ने सही दिमाग वाले ने, सही सोच वाले ने। गल तां इह बनदी सी जे विष्णु भी उस तरह बिहेव करदा है जिवें मध ते कैटभ ने कीती सी। ये उन्हां नूं कहिंदा, भाई तुहाडा धन्नवाद, तुसीं मेरे गुणां दी वडियाई कीती है, बहुत बहुत शुक्रिया, पर मैं तुहानूं हुण तुसीं मैनूं ये भी हक दे दिता कि मंग लो जो मंगना। मैं तुहाडे कोलों ये मंगदा भई तुसीं भी बहादुर हो, मैं भी बहादुर हाँ। आपां आपस विच क्यों लड़दे हाँ, खामखा क्यों बर्बादी कर रहे हैं समय दी, लोकां दी, हर तरह दे नाल एनर्जी वेस्ट कर रहे हैं। आओ आपां भरा भरा बन के रहिए, इकट्ठे हो के समाज लई कोई पॉजिटिव काम करिए ताकि सोहना समाज बन सके। समझदार बंदा ते आ गल करदा। जिहड़ा शैतान है, जिहड़े मन विच कोई भरम है, मन दे विच कोई दूजी गल है, उही अगले नूं खत्म करना चाहुंदा। वीरो गुस्सा नहीं करना कि मैं विष्णु बारे कुछ क्या, मेरी की हिम्मत है कि विष्णु बारे किसी दे देवते बारे मैं गलत कहाँ। अगर किसी नूं रोस होना चाहिदा है तो जिसने भी इस ग्रंथ की सिरजना की है, जे तो गुरु गोबिंद सिंह ने की है, बलेम सारा उन्हां ते आ जाना। जे गुरु गोबिंद सिंह जी ने उल्था किया है, फिर लभो उस बंदे नूं जिसने विष्णु की हेठी की है, विष्णु नूं नीचा दिखाया है, उस बंदे नूं फड़ो वे भाई विष्णु साडा महान होया, तूं उहदी हेठी कर दित्ती कि उन्हां दे सिर मंग लिया उन्हां। ते इह तुहानूं एक नुकता मैं दसना चाहुंदा कि असीं उन्हां नूं राक्षस कहने आ, ਉਹ ਦੂਜਿਆਂ ਨੂੰ देवते अच्छे पुरश कहने आ। राक्षस तो अंदरों बड़े क्लीयर ने, बड़े साफ सुथरे ने, वो तो सीधियां गल्लां करते हैं भी तू बहादुर है, वाह कमाल करती, अपने विरोधी नूं कह रहे, और जिन्हों कमाल करती कह रहे वो कहता भी अपना सिर दे दिओ। ਇਹ सोच नूं समझना कि इहो ਜਿਹੇ समाज की सिरजना करांगे तो किदां दा समाज होएगा, गुंझलदार समाज होएगा। एक होर नुकता, हुण विष्णु ने मध ते कैटभ दा सिर कट के राज दे दिता देवतियां नूं, इंद्र एंड पार्टी नूं। और ये एडे कमज़ोर डरपोक, एक आया दैंत मैं खासुर, वो सारे महान बंदियां नूं मार कट करके भजाता उत्थों ते राज कायम कर लिया। हद नहीं हो गई? फिर कादे बहादुर होए, कादे महान होए भाई? महान तो वो होया जिहड़ा ललकारा मार के जंग दे मैदान में तुहानूं जित गया। फिर होर इंद्र कौन है, इहदे बारे असीं जरूर समझ लईए कि इंद्र असल विच ਉਹਦਾ करैक्टर की है। ये करैक्टर जिहड़ा मैं नहीं दसना, ये करैक्टर तुसी हिंदू मिथिहास पढ़ लो। मैं गुरु ग्रंथ साहब विचों एक तुक तुहानूं मैं दसनी चाहांगा। गौतम तपा अहल्या इस्त्री
तिस देख इंद्र लुभाया। गौतम एक प्रसिद्ध तपी सी। अहल्या उसकी इस्त्री सी। उसका रूप वेख के देवतियां दा राजा अखवांदा इंद्र लुभाया। असी हुण इहदे पॉलिश वे तरीके नाल अर्थ करने आ कि वह मस्त हो गया। असली गल की है, वो उस नाल काम वासना करना चाहुंदा सी, चाहुंदा ही नहीं सी, उसने कीती भी। ये इंद्र दा करैक्टर है। सैस शरीर चेहन पग हुए, तां मन पछोताया। ਉਹਦੇ ਸਰੀਰ ਦੇ ਉੱਤੇ ਹਜ਼ਾਰਾਂ ਪੱਗ ਇਸਤਰੀ ਜੋਨੀ ਦੇ ਨਿਸ਼ਾਨ ਬਣ ਗਏ, ਤਾਂ ਉਹ ਫਿਰ ਬਹੁਤ ਪਛਤਾਇਆ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਬਾਕੀ ਇਤਿਹਾਸਕ ਘਟਨਾ ਤਾਂ ਮੇਰਾ ਖਿਆਲ ਹੈ ਕਿਸੇ ਨੂੰ ਭੁੱਲੀ ਹੋਈ ਨਹੀਂ ਹੋਣੀ। ਇਤਿਹਾਸਕ ਘਟਨਾ ਇਹ ਹੈ ਕਿ ਗੌਤਮ ਰਿਖੀ ਹੋਇਆ, ਹਲਿਆ ਉਹਦੀ ਘਰਵਾਲੀ ਸੀ। ਉਹ ਸਵੇਰੇ ਉੱਠ ਕੇ ਗੰਗਾ ਵਿੱਚ ਇਸ਼ਨਾਨ ਕਰਨ ਜਾਇਆ ਕਰਦਾ ਸੀ। ਜੋ ਕਹਾਣੀ ਬਣਾਈ ਹੈ ਕਿ ਇਸਨੇ ਚੰਦਰਮਾ ਨੂੰ ਨਾਲ ਰਿਹਾ, ਜਿਹੜਾ ਰਾਜਾ ਸੀ ਇੰਦਰ, ਤੇ ਉਸ ਨੂੰ ਕੁੱਕੜ ਬਣਾਇਆ। ਉਸਨੇ ਵਾਂਗ ਦਿੱਤੀ। ਰਾਤ ਨੂੰ 12 ਵਜੇ ਰਿਖੀ ਜਿਹੜਾ ਗੰਗਾ 'ਚ ਨਹਾਉਣ ਚਲਾ ਗਿਆ। ਇਸ ਨੇ ਭੇਖ ਬਣਾਇਆ ਗੌਤਮ ਦਾ, ਇੰਦਰ ਨੇ, ਤੇ ਅਹਲਿਆ ਨਾਲ ਦੁਸ਼ਕਰਮ ਇਸ ਨੇ ਕੀਤਾ। ਇਹ ਇੰਦਰ ਦਾ ਕਰੈਕਟਰ ਹੈ। ਤੇ ਸਿੱਖ ਧਰਮ ਵਿੱਚ ਐਸੇ ਇੰਦਰ ਨੂੰ ਅਗਰ ਮਹਾਨ ਕਹਿਣਾ, ਸਿੱਖ ਰਹਿਤ ਮਰਜ਼ਾਦਾ ਅਨੁਸਾਰ ਜਿਹੜੀਆਂ ਚਾਰ ਵਜਨ ਕਰੈਤਾਂ ਹਨ, ਉਹਦੇ ਵਿੱਚ ਪਰ ਇਸਤਰੀ ਪਰ ਪੁਰਖ ਗਾਮੀ ਹੋਣ ਨੂੰ ਵਜਰ ਕਰੈਤ ਕਿਹਾ ਗਿਆ। ਜਿਹੜਾ ਅਜਿਹਾ ਕਰਮ ਕਰਦਾ ਉਹ ਸਿੱਖ ਨਹੀਂ ਰਹਿੰਦਾ, ਉਹ ਸਿੱਖੀ ਤੋਂ ਖਾਰਜ ਹੋ ਜਾਂਦਾ। ਤੇ ਆਹ ਇੰਦਰ ਜਿਸ ਨੇ ਅਹਲਿਆ ਨਾਲ ਆਹ ਕੰਮ ਕੀਤਾ, ਉਸ ਨੂੰ ਰਾਜਗੱਦੀ 'ਤੇ ਬੈਠਿਆਂ ਦੇਖ ਕੇ ਸਿੱਖ ਪਤਾ ਨਹੀਂ ਕਿਉਂ ਖੁਸ਼ ਹੁੰਦੇ ਨੇ। ਇਹ ਮੇਰੇ ਸਮਝਣ ਤੋਂ ਬਾਅਦ ਦੀ ਗੱਲ ਹੈ ਕਿ ਕੀ ਕਾਰਨ ਹੈ, ਸਿੱਖ ਇੰਨਾ ਖੁਸ਼ ਕਿਉਂ ਹੁੰਦੇ ਨੇ। ਆਓ ਅਸੀਂ ਜਾਣਦੇ ਹਾਂ ਕਿ ਜਿਹੜੀ ਅਸੀਂ ਗੱਲ ਅੱਜ ਮੁੱਖ ਕਰਨੀ ਹੈ ਉਹ ਹੈ ਕਿ ਸਿੱਖ ਰਹਿਤ ਮਰਜ਼ਾਦਾ ਅਨੁਸਾਰ ਸਾਡਾ ਨਿਤਨੇਮ ਹੈ। ਨਿਤਨੇਮ ਸਵੇਰੇ 3 ਬਾਣੀਆਂ, ਸ਼ਾਮ ਨੂੰ 1 ਬਾਣੀ ਅਤੇ ਸੌਣ ਵੇਲੇ ਸੋਹਲੇ ਦੀ 1 ਬਾਣੀ। ਇਹ ਸਿੱਖ ਰਹਿਤ ਮਰਜ਼ਾਦਾ ਅਨੁਸਾਰ ਹੈ। ਪਰ ਸ਼ਾਇਦ ਹੀ ਸਾਡਾ ਕੋਈ ਗੁਰਦੁਆਰਾ ਸਾਹਿਬ ਬਚਿਆ ਹੋਵੇ ਜਿੱਥੇ ਆਰਤੀ ਦਾ ਨਿਤਨੇਮ ਨਾ ਕੀਰਤਨ ਨਾ ਕੀਤਾ ਜਾਂਦਾ ਹੋਵੇ। ਆਰਤੀ ਨਾਂ ਦੀ ਕੋਈ ਰਚਨਾ, ਜਿਵੇਂ ਸੌਦਰ ਦੇ 9 ਸ਼ਬਦ ਨੇ, ਸੋਹਲੇ ਦੇ 5 ਸ਼ਬਦ ਨੇ, ਇਸ ਤਰ੍ਹਾਂ ਕਿਤੇ ਵੀ ਕੰਪਾਈਲ ਨਹੀਂ ਕੀਤੀ ਹੋਈ, ਸੰਪਾਦਿਤ ਕੀਤੀ ਹੋਈ ਨਹੀਂ ਮਿਲਦੀ। ਆਰਤੀ ਦਾ ਗੁਰੂ ਨਾਨਕ ਪਾਤਸ਼ਾਹ ਵਾਲਾ ਸ਼ਬਦ ਜਿਹੜਾ ਹੈ ਉਹ ਸੋਹਲੇ ਦੀ ਬਾਣੀ ਵਿੱਚ ਰੋਜ਼ ਸਿੱਖ ਪੜ੍ਹਦੇ ਨੇ। ਪਰ ਕਿਸੇ ਨੇ ਕਿਸੇ ਗੁੱਝੀ ਸਾਜ਼ਿਸ਼ ਤਹਿਤ ਆਰਤੀ ਨਾਂ ਦੀ ਬਾਣੀ ਨੂੰ ਸੰਕਲਿਤ ਕੀਤਾ ਤੇ ਅੰਮ੍ਰਿਤ ਕੀਰਤਨ ਪੋਥੀਆਂ ਵਿੱਚ ਉਸ ਨੂੰ ਇਕੱਠੇ ਸ਼ਬਦ ਕਰਕੇ ਲਿਖ ਦਿੱਤਾ। ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦੀ, ਭਗਤ ਧੰਨਾ ਦੀ, ਭਗਤ ਰਵਿਦਾਸ, ਕਬੀਰ, ਉਹਨਾਂ ਦੇ ਸ਼ਬਦ ਲੈ ਕੇ ਤਾਂ ਵਿੱਚ ਉਹਨਾਂ ਨੇ ਫਿੱਟ ਕੀਤਾ ਆਹ ਸਵਈਆ ਜਿਹੜਾ ਸਿੱਖ ਰੋਜ਼ ਪੜ੍ਹਦੇ ਨੇ, ਬਿਨਾਂ ਸੋਚੇ ਸਮਝੇ, ਬਿਨਾਂ ਵਿਚਾਰੇ ਵੀ ਇਹ ਸਵਈਆ ਕਿੱਥੋਂ ਆਇਆ, ਇਹਦਾ ਮਤਲਬ ਕੀ ਹੈ। ਹਾਂ, ਦਰਬਾਰ ਸਾਹਿਬ ਨਹੀਂ ਪੜ੍ਹਿਆ ਜਾਂਦਾ, ਦਿੱਲੀ ਗੁਰਦੁਆਰਾ ਕਮੇਟੀ 'ਚ ਵੀ ਇਹ ਨਹੀਂ ਪੜ੍ਹਦੇ, ਬਾਕੀ ਪਟਨਾ ਸਾਹਿਬ, ਹਜ਼ੂਰ ਸਾਹਿਬ ਔਰ ਸਿੰਘ ਸਭਾਵਾਂ ਗੁਰਦੁਆਰਿਆਂ ਵਿੱਚ ਤਾਂ ਜਿੱਥੋਂ ਤੱਕ ਮੈਂ ਹਾਲੇ ਤੱਕ ਮੈਨੂੰ ਮਿਲਿਆ, ਕੋਈ ਐਸਾ ਗੁਰਦੁਆਰਾ ਨਹੀਂ ਮਿਲਿਆ ਜਿੱਥੇ ਇਹ ਨਹੀਂ ਪੜ੍ਹਿਆ ਜਾਂਦਾ ਹੋਵੇ। ਉਹ ਸਵਈਆ ਕਦੋਂ ਉਚਾਰਿਆ ਗਿਆ ਔਰ ਉਹਦੇ ਅਰਥ ਭਾਵ ਕੀ ਹੈ, ਉਹਦੀ ਅਸੀਂ ਵਿਚਾਰ ਕਰਨੀ ਅੱਜ। ਜਦੋਂ ਦੇਵੀ ਨੇ ਮਹਿਖਾਸੁਰ ਨੂੰ ਮਾਰ ਦਿੱਤਾ
वो आप आराम करन चल गए। राज गद्दी जिहड़ी है वो इंद्र नूं दे दित्ती। उस दी खुशी विच जिहड़े गीत गाए गए और जिहड़ा नाच डांस संख फुल्लां दी वरखा कीती गई, ਉਹਦਾ ਜ਼ਿਕਰ सारा इस शब्द विच है। शब्द किहड़ा? जां ते प्रसन्न भए हैं महामुन। हर रोज़ आरती विच सिख पढ़ते ने। मैं ਉਹਦੇ अर्थ करके तुहानूं जो लिखे हुए ने डॉक्टर रतन सिंह जग्गी ते उन्हां दी धर्म पत्नी वालों, दैंतां दे नष्ट हो जाण नाल वड्डे वड्डे मुनि प्रसन्न हो गए। जां ते प्रसन्न भए हैं महामुन। ਅਤੇ ਦੇਵਤਿਆਂ ਦੇ ਤੇਜ ਪ੍ਰਤਾਪ ਵਿੱਚ ਸੁਖ ਪ੍ਰਾਪਤ ਕਰਨ ਲੱਗੇ ਹਨ। ਕਈ ਜਗ ਕਰਦੇ ਹਨ, ਕਈ ਵੇਦ ਪਾਠ ਕਰਦੇ ਹਨ, ਕਈ ਸੰਸਾਰ ਦਾ ਦੁੱਖ ਦੂਰ ਕਰਨ ਲਈ ਮਿਲ ਕੇ ਹਰ ਇੱਥੇ ਕੌਣ ਹੈ? ਕਾਲ, ਅਕਾਲ। ਕੌਣ? ਮਹਾਕਾਲ, ਅਨਕਾਲ। ਉਹੀ ਰੱਬ ਕਿਹੜਾ? ਜਿਹੜਾ ਲੰਮੀਆਂ ਲੰਮੀਆਂ ਦਾੜਾਂ ਵਾਲਾ, ਵੱਡੀਆਂ ਵੱਡੀਆਂ ਦਾੜਾਂ ਵਾਲਾ, 4 ਹੱਥਾਂ ਵਾਲਾ, ਜਿਹਨੂੰ ਗੁੱਸਾ ਬਹੁਤ ਆਉਂਦਾ, ਜਿਹੜਾ ਦੁਸ਼ਮਣੀ ਕਰਦਾ, ਜਿਹਨੂੰ ਪਸੀਨਾ ਬਹੁਤ ਆਉਂਦਾ, ਜਿਹੜਾ ਗੱਲ ਕਰਕੇ ਭੁੱਲ ਜਾਂਦਾ, ਜਿਹਦੇ ਗਲ ਵਿੱਚ ਨਰ ਮੁੰਡ ਦੀ ਮਾਲਾ ਪਈ ਹੋਈ ਹੈ, ਜਿਹੜਾ ਨੰਗਾ ਰਹਿੰਦਾ, ਉਹਦੀ ਉਸਤਤ। ਕਿਤੇ ਅਕਾਲ ਪੁਰਖ ਉਹ ਨਹੀਂ ਲੈ ਲੈਣਾ ਜਿਹੜਾ ਗੁਰੂ ਗ੍ਰੰਥ ਸਾਹਿਬ ਵਾਲਾ। ਉਹਦਾ ਜ਼ਿਕਰ ਇਸ ਗ੍ਰੰਥ ਵਿੱਚ ਹੈ ਹੀ ਨਹੀਂ। ਉਹਦੀ ਕੋਈ ਵਿਸ਼ੇਸ਼ਤਾ ਇੱਥੇ ਲਿਖੀ ਨਹੀਂ। ਇੱਥੇ ਮਹਾਕਾਲ ਹੈ ਅਤੇ ਉਸ ਦੀ ਜੋ ਹੈ ਧਿਆਨ ਲਗਾਉਂਦੇ ਹਨ। ਦੇਵਤੇ ਘੰਟੇ, ਛੈਣੇ, ਮਿਰਦੰਗ, ਉਪੰਗ, ਰਵਾਬ ਆਦਿ ਜਿੱਤ ਦੇ ਸਾਜ਼ਾਂ ਨੂੰ ਲੈ ਕੇ ਇੱਕ ਸੁਰ ਕਰਦੇ ਹਨ। ਜਿੱਤੇ ਸੀ ਨਾ ਦੇਵੀ ਨੇ ਮਹਿਖਾਸੁਰ ਨੂੰ ਮਾਰ ਦਿੱਤਾ ਅਤੇ ਉਹ ਜਿੱਤ ਦੀ ਖੁਸ਼ੀ ਵਿੱਚ ਆ ਜਿਹੜਾ ਨਾਚ ਗਾਣਾ ਹੋ ਰਿਹਾ, ਰੋਜ਼ ਸਿੱਖ ਇਸ ਨੂੰ ਪੜ੍ਹਦੇ ਹਨ। ਫਿਰ ਕੀ ਹੋ ਰਿਹਾ? ਕਿੰਨਰ ਅਤੇ ਗੰਧਰਵ ਗਾ ਰਹੇ ਹਨ ਅਤੇ ਕਿਤੇ ਯਕਸ਼ ਅਤੇ ਅਪਸ਼ਰਾਵਾਂ ਕੌਣ ਨੇ? ਉਹ ਜਿਹੜੀਆਂ ਪਰੀਆਂ ਸਵਰਗ ਵਿੱਚ ਰਹਿੰਦੀਆਂ, ਸੁੰਦਰ, ਖੂਬ ਸੁੰਦਰ ਇਸਤਰੀਆਂ। ਔਰ ਵਿਆਹ ਸ਼ਾਦੀਆਂ ਦੇ ਡਾਂਸ ਨਹੀਂ ਹੁੰਦੇ, ਉਹ ਕੁੜੀਆਂ ਆ ਕੇ ਨੱਚਦੀਆਂ ਨੇ। ਔਰ ਉਸ ਜ਼ਮਾਨੇ ਵਿੱਚ ਰਾਜ ਮਿਲਣ ਦੀ ਖੁਸ਼ੀ ਵਿੱਚ ਉਹਨਾਂ ਨੇ ਆਨੰਦ ਮੰਗਲ ਕੀਤਾ। ਇਹ ਨਾਚ ਗਾਣਾ ਹੋ ਰਿਹਾ ਕਾਹਦੀ ਖੁਸ਼ੀ ਵਿੱਚ? ਉਹ ਵਿਭਚਾਰੀ ਲੋਕਾਂ ਦੀਆਂ ਇਸਤਰੀਆਂ ਦਾ ਸੱਤ ਭੰਗ ਕਰਨ ਵਾਲਾ ਜਿਹੜਾ ਇੰਦਰ ਹੈ, ਉਸ ਨੂੰ ਰਾਜ ਪ੍ਰਾਪਤ ਹੋਇਆ। ਸਿੱਖ ਪਤਾ ਨਹੀਂ ਕਿਉਂ ਖੁਸ਼ ਨੇ। ਕੋਈ ਸਿੱਖ ਇਹ ਕੰਮ ਕਰੇ ਉਹਨੂੰ ਕਹਿੰਦੇ ਪਤਿਤ ਹੋ ਗਿਆ, ਧਰਮ ਤੋਂ ਡਿੱਗ ਗਿਆ, ਦੁਬਾਰਾ ਦਾਖਲ ਹੋਣਾ ਪੈਣਾ। ਪਰ ਇੰਦਰ ਰਾਜਗੱਦੀ 'ਤੇ ਬੈਠਾ, ਸਿੱਖਾਂ ਨੂੰ 4 ਰੋਜ਼ ਉਹਦੀ ਆਰਤੀ ਉਤਾਰਦੇ ਨੇ। ਆਹ ਸ਼ਬਦ ਪੜ੍ਹਦੇ ਹੋ, ਜਾਂ ਤੇ ਪ੍ਰਸੰਨ ਭਏ ਹੈ ਮਹਾਮੁਨ ਦੇਵਨ ਕੇ ਤਪ ਮੇ ਸੁਖ। ਇਹ ਪੜ੍ਹਦੇ ਹੋ। ਸੋ ਅਪਸ਼ਰਾਵਾਂ ਨੱਚ ਰਹੀਆਂ ਨੇ, ਪਰੀਆਂ ਨੱਚ ਰਹੀਆਂ ਨੇ। ਸੰਖਾਂ ਅਤੇ ਘੰਟਿਆਂ ਦੀ ਗੁੰਜ਼ਾਰ ਕਰਕੇ ਫੁੱਲਾਂ ਦੀ ਫੂਲਣ ਕੀ ਵਰਖਾ ਮੈਂ। ਬੜੇ ਜ਼ੋਰ ਸ਼ੋਰ ਨਾਲ ਤਬਲੇ ਖੜਕਾ ਕੇ, ਢੋਲਕੀਆਂ ਖੜਕਾ ਕੇ ਸਿੱਖ ਲੱਗੇ ਹੁੰਦੇ ਆ। ਫੂਲਣ ਕੀ ਵਰਖਾਵੇਂ ਵਰਖਾ ਕਰ ਰਹੇ ਹਨ। ਕਿਤਨੇ ਹੀ ਸੁੰਦਰ ਦੇਵਤੇ ਆਰਤੀ ਕਰ ਰਹੇ ਹਨ ਅਤੇ ਇੰਦਰ ਨੂੰ ਵੇਖ ਕੇ ਬਲਿਹਾਰੇ ਜਾਂਦੇ ਹਨ। ਉਹਦੀ ਪ੍ਰਦਖਣਾ ਕਰਦੇ ਨੇ। ਇੰਦਰ ਦੇ ਦੁਆਲੇ ਨੱਚ ਰਹੇ ਨੇ, ਜਿੱਦਾਂ ਵਿਆਹ 'ਚ ਵਿਆਹ ਵਾਲੇ ਦੁੱਲੇ ਦੇ ਦੁਆਲੇ ਨੱਚਦੇ ਨਾ, ਐਵੇਂ ਇੰਦਰ ਦੇ ਦੁਆਲੇ ਨੱਚ ਰਹੇ ਨੇ। ਦਾਨ ਅਤੇ ਦਕਸ਼ਣਾ ਦੇ ਕੇ ਪ੍ਰਦਖਣਾ ਕਰਦੇ ਹਨ, ਉਹਦੀਆਂ ਪ੍ਰਦਖਣਾ ਕਰਦੇ ਹਨ। ਹੋਏ ਇੰਦਰ ਦੇ ਮੱਥੇ ਉੱਤੇ ਕੇਸਰ ਅਤੇ ਚਾਵਲਾਂ ਦਾ ਤਿਲਕ ਲਗਾਉਂਦੇ ਹਨ। ਇਸ ਤਰ੍ਹਾਂ ਦੇਵਤਿਆਂ ਦੀ ਨਗਰੀ ਵਿੱਚ ਧੁੰਮ ਪੈ ਰਹੀ ਹੈ ਅਤੇ ਦੇਵਤਿਆਂ ਦੀਆਂ ਕੁੱਲਾਂ ਮਿਲ ਕੇ ਮੰਗਲਮਈ ਗੀਤ ਗਾ ਰਹੀਆਂ ਹਨ। ਇਸ ਤਰ੍ਹਾਂ ਚੰਡੀ ਦੇ ਪ੍ਰਤਾਪ ਨਾਲ, ਚੰਡੀ ਮਤਲਬ ਅਕਾਲ ਪੁਰਖ ਦੇ ਪ੍ਰਤਾਪ ਨਾਲ ਨਹੀਂ, ਇਹ ਦੇਵੀ ਦੇ ਪ੍ਰਤਾਪ ਨਾਲ, ਇਸ ਤਰ੍ਹਾਂ ਚੰਡੀ ਦੇ ਪ੍ਰਤਾਪ ਨਾਲ ਦੇਵਤਿਆਂ ਦਾ ਪ੍ਰਤਾਪ ਵੱਧ ਗਿਆ ਅਤੇ ਤਿੰਨੋਂ ਲੋਕਾਂ ਵਿੱਚ ਦੇਵੀ ਦੀ ਜੈ ਜੈਕਾਰ ਕਰਦੇ ਹੋਏ, ਆ ਦੇਵੀ ਦੀ ਜੈ ਜੈਕਾਰ ਹੋ ਰਹੀ। ਭਾਈ ਲੋਕੋ, ਗੁਰਸਿੱਖੋ, ਤੁਸੀਂ ਦੇਵੀ ਦੇਵਤਿਆਂ ਦੇ ਪੁਜਾਰੀ ਹੋ ਅਤੇ ਇੱਕ ਅਕਾਲ
एक निरंकार की गल करन वाले हो। यह सोच लेना, रोज़ गुरुद्वारों में घंटे खड़काउंदे हो, रोज़ आह फूलन की वर्खा बरखाउंदे हो, पढ़ते हो। कई जगह तो सचमुच फुलों की वर्खा भी करते हैं भाई, दीवे भी पा भाई। ये साडा है ही कुछ नहीं। जे ये साडा तो फिर ना साडी सिख रहत मर्यादा, ना साडा गुरु ग्रंथ साहब जी। दोनों चो एक चीज़ रहनी आ, जां देवी की पूजा कर लो जां फिर एक ओंकार नूं अपना इष्ट मन लो। पर असां ऐसे है दो बेड़ियां 'च पैर रख के कहंदे असीं तर जाना। ना सानू कोई कथावाचक, ना सानू कोई रागी, ना ढाडी, ना प्रचारक, ना ज्ञानी कोई दसना नहीं चाहता। उन्हां सारिਆਂ ਨੂੰ पता है, यह भी भुलेखा ना खाओ किते। पर क्योंकि जदों दसना उदों उन्हां नूं स्टेज तो टाइम नहीं मिलना। उन्हां दी रोजी रोटी का चक्कर ऐ नहीं भी बलदेव सिंह नूं आउंदा ये सब कुछ, सारे जानते ने। पर मूँह च घुंगणियां पा लेंदे भी सानू की, जदों 200 साल निकल गए, 300 साल इवें निकल गए, किसी ने बिल्ली दे गल च टल्ली नहीं बन्नी तो असी पंगा क्यों लईए, असी सच क्यों बोलीओ, काम चलदा चलन दिओ भाई। ठीक है। तो आ देख लो कि देवी दी जय जयकार करते ने, रोज़ सिख रात नूं करते ने ते जाप करन लगे। इस तरह देवतियां ने राज कीता। यह है सारा कुछ जिहड़ा ये लिखिया होया ग्रंथ जिहड़ा इन्हां ने बनाया है, ਉਹਦੇ सफ़ा नंबर 104 उत्ते आ, जिहड़ा अर्थां वाला बनाया है ना डॉक्टर रतन सिंह जग्गी ते उन्हां दी वाइफ ने। 104 नंबर ते आ तुसी अर्थां समेत उत्थे पढ़ सकते हो। वो पढ़ के मैं तुहानूं दस्सिया, मैं कोलों कोई गल नहीं कीती। जेकर सिखो तुसी देवी दे भगत हो, जे तुसी इंद्र दे भगत हो, उस विभचारी नूं तुसी महान मनदे हो तां भई बहुत अच्छा तुसी चंगा काम करदे हो। जेकर तुसी गुरु ग्रंथ साहब नूं अपना इष्ट गुरु मनदे हो, गुरु नानक दे सिख हो, फिर भाई एक बार सोच लिओ जे गलती नाल ये काम कर रहे हो, अणजाणे विच कर रहे हो, जिथे जिथे भी तुसी हैगे हो उत्थे उत्थे समझदारी वरतो। पहली गल तां आरती साडा कोई नितनेम नहीं है, ये जान बुझ के साडे गल पाया गया है। आरती दा शब्द जिहड़ा है वो सोले दी बाणी विच है। बाणी जिन्नी मर्जी शाम नूं पढ़ो, जे किते इहदा टंटा ही मुका दिओ ते ना रहेगा बांस, ना बजेगी बांसरी। जे इन्ना नहीं कर सकते, घट्टो घट्ट अपने प्रबंधां विच इन्ना दी जागृति लै आओ, फिर भाई आ जाते प्रसन्न तो पहला पहला आरती की समाप्ति कर दिओ। जाते प्रसन्न पै तक पहुँचण की कोई लोड़ नहीं। ये कोई साडे गुरु साहब विधान नहीं से बना के गए, ना ही ये सिख रहत मर्यादा विच विधान है। फिर किहदे अख के तो डरदे हो, किहदे आखे लाके करी जाते हो। कुछ गल्लां तो इसलिए करदे हो ना भी सिख रहत मर्यादा च लिखियां होईयां, ये तो सिख रहत मर्यादा विच भी है नहीं। फिर क्यों करते हो? क्यों नहीं रुक सकते? क्यों नहीं समझ सकते? क्यों रोज़ इंद्र दी भी जे इंद्र दी उपासना करोगे साडा समाज इंद्र वर्गा ही बनेगा, फिर आसाराम ही पैदा होणगे, फिर सच्चे सौदे वाले ही पैदा होणगे। जे एक विभचारी नूं रोज़ उहदे गुणगान करोगे तां ऐसा ही तुहानूं सब कुछ मिलेगा। जैसा सेवे तैसा हो। जिहो जी दी आराधना करनी, जिहो जी रोज़ गल याद करनी, ओहो ही कुछ वापरना पई। फिर दोष किहनूं दे रहे हो? विजय विख मंगे अमृत, वेखो ये न्याओ। ये किहड़ी गल होई? कहानियां रोज़ ये पढ़नियां, शब्द कीर्तन ऐदा करना, फिर सोचना ये कि समाज चंगा बन जाए। समाज तो इंद्र वर्गा ही बनू। तो फिर गलती किहदी होई? साडी। असी पढ़िया नहीं, समझिया नहीं। साडे प्रचारका विद्वानां ने किसी ने तुहानूं नहीं दसना। हाँ, तुसी आप उद्यम कर सकते हो, पर जे कोई खोज करदा इन्ना काम रोल तुसी प्ले कर सकते हो कि ऐसे ज्ञान नूं दुनिया विच वध तो वध वंडो, शेयर करो, साझा करो, तां कि दुनिया नूं सच दा पता लग सके। आओ अज दी विचार इसनूं इत्थे संकोचदे हां।
अगली वीडियो विच असी जाणांगे कि फिर एक होर शब्द जिहड़ा बहुत असी पढ़ते हैं, देह शिवा वर मोहे है, उसकी विचार अगली वीडियो विच करांगे। आओ फतेह बुलाइए। वाहिगुरू जी का खालसा, वाहिगुरू जी की फतेह।